ਅੱਜ ਆਓ ਅਸੀਂ ਸਵਰਗੀ ਖਜ਼ਾਨੇ ਸਿਰਲੇਖ ਉਪਦੇਸ਼ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਸੰਸਾਰ ਹੁਣ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਆਰਥਿਕ ਸਮੱਸਿਆਵਾਂ, ਦੇਸ਼ਾਂ ਵਿਚਕਾਰ ਯੁੱਧ ਅਤੇ ਇੱਥੋਂ ਤੱਕ ਕਿ ਜਲਵਾਯੂ ਆਫਤਾਂ ਵੀ। ਇਹਨਾਂ ਵੱਖ-ਵੱਖ ਸਮੱਸਿਆਵਾਂ ਕਾਰਨ ਮਨੁੱਖ ਜਾਤੀ ਬਹੁਤ ਮੁਸ਼ਕਿਲ ਸਥਿਤੀ ਵਿੱਚ ਹੈ। ਹਾਲਾਂਕਿ ਅਸੀਂ ਜੋ ਸਿਯੋਨ ਵਿੱਚ ਹਾਂ, ਸਵਰਗ ਦੀ ਉਮੀਦ ਰੱਖਦੇ ਹਾਂ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀ ਹੈ। ਇਸ ਤਰ੍ਹਾਂ ਸੰਸਾਰ ਦੇ ਪ੍ਰਤੀਕੂਲ ਹਾਲਾਤਾਂ ਅਤੇ ਸਥਿਤੀਆਂ ਦੇ ਬਾਵਜੂਦ ਅਸੀਂ ਖੁਸ਼ੀ ਅਤੇ ਆਨੰਦ ਨਾਲ ਭਰ ਜਾਂਦੇ ਹਾਂ ਕਿ ਅਸੀਂ ਸਬਤ ਦਾ ਦਿਨ ਮਨਾ ਸਕਦੇ ਹਾਂ। ਅਸੀਂ ਕਿਰਪਾ ਅਤੇ ਆਪਣੇ ਰੋਸ਼ਨ ਭਵਿੱਖ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ। ਕਿਉਂਕਿ ਸਾਨੂੰ ਸਵਰਗ ਦੇ ਖਜ਼ਾਨੇ ਦਾ ਵਾਅਦਾ ਕੀਤਾ ਗਿਆ ਹੈ, ਤਦ ਪਰਮੇਸ਼ਵਰ ਸਾਨੂੰ ਖੁਸ਼ੀ ਨਾਲ ਭਰ ਜਾਣ ਦਿੰਦੇ ਹਨ। ਸਾਰੇ ਲੋਕੋ ਮੇਡ ਇਨ ਫਰਾਂਸ, ਮੇਡ ਇਨ ਜਰਮਨੀ, ਮੇਡ ਇਨ ਕੋਰੀਆ, ਮੇਡ ਇਨ ਚਾਈਨਾ, ਮੇਡ ਇਨ USA, ਕੀ ਇਹ ਨਹੀਂ ਦਰਸਾਉਂਦਾ ਕਿ ਉਤਪਾਦ ਕਿਸ ਦੇਸ਼ ਵਿੱਚ ਬਣਾਇਆ ਗਿਆ ਸੀ? ਇਸੇ ਲਈ ਕਈ ਵਾਰ ਜਦੋਂ ਲੋਕ ਕਹਿੰਦੇ ਹਨ ਇਹ ਉਸ ਦੇਸ਼ ਵਿੱਚ ਬਣਿਆ ਹੈ, ਤਾਂ ਦੂਸਰੇ ਪੁੱਛਦੇ ਹਨ ਫਿਰ ਕੀ ਇਹ ਘੱਟ ਗੁਣਵੱਤਾ ਵਾਲਾ ਉਤਪਾਦ ਨਹੀਂ ਹੈ? ਨਾਲ ਹੀ ਜਦੋਂ ਲੋਕ ਕਹਿੰਦੇ ਹਨ ਇਹ ਇਸ ਦੇਸ਼ ਵਿੱਚ ਬਣਿਆ ਹੈ, ਤਾਂ ਦੂਸਰੇ ਕਹਿੰਦੇ ਹਨ ਫਿਰ ਇਹ ਇੱਕ ਬਹੁਤ ਉੱਚ ਗੁਣਵੱਤਾ ਵਾਲਾ ਉਤਪਾਦ ਹੋਣਾ ਚਾਹੀਦਾ ਹੈ। ਬਹੁਤ ਸਾਰੇ ਲੋਕ ਸੋਚਦੇ ਹਨ ਫਰਾਂਸ ਇੱਕ ਅਜਿਹਾ ਦੇਸ਼ ਹੈ ਜੋ ਉੱਚ ਗੁਣਵੱਤਾ ਵਾਲੇ ਅਤਰ ਦਾ ਉਤਪਾਦ ਕਰਦਾ ਹੈ। ਜਦੋਂ ਉਸ ਦੇਸ਼ ਵਿੱਚ ਪੈਦਾ ਹੋਣ ਵਾਲੇ ਅਤਰ ਦੀ ਗੱਲ ਆਉਂਦੀ ਹੈ, ਤਦ ਕੀ ਲੋਕ ਇਸ ਦੀ ਗੁਣਵੱਤਾ ਉੱਤੇ ਭਰੋਸਾ ਨਹੀਂ ਕਰਦੇ? ਇਸੇ ਤਰ੍ਹਾਂ ਜੇਕਰ ਉਤਪਾਦ ਕਹਿੰਦਾ ਹੈ ਮੇਡ ਇਨ ਹੈਵਨ ਜਾਂ ਮੇਡ ਬਾਈ ਗੋਡ, ਤਦ ਉਸ ਉਤਪਾਦ ਦੀ ਗੁਣਵੱਤਾ ਕੀ ਹੋਵੇਗੀ? ਆਤਮਿਕ ਦ੍ਰਿਸ਼ਟੀਕੋਣ ਤੋਂ ਕੀ ਇਹ ਬਿਲਕੁਲ ਉੱਚ ਗੁਣਵੱਤਾ ਵਾਲਾ ਨਹੀਂ ਹੋਵੇਗਾ? ਭਾਵੇਂ ਅਸੀਂ ਇਸ ਧਰਤੀ ਤੇ ਕਿਫਾਇਤ ਨਾਲ ਖਰਚ ਕਰਦੇ ਹਾਂ, ਪਰ ਆਤਮਿਕ ਤੌਰ ਤੇ ਅਸੀਂ ਸਭ ਤੋਂ ਵਧੀਆ ਉਤਪਾਦਾਂ ਦੀ ਵਰਤੋਂ ਕਰ ਰਹੇ ਹਾਂ। ਉਹ ਸਭ ਤੋਂ ਵਧੀਆ ਉਤਪਾਦ ਕੀ ਹਨ ਜਿਸ ਨੂੰ ਪਰਮੇਸ਼ਵਰ ਨੇ ਆਫਤਾਂ ਤੋਂ ਪਾਰ ਹੋਣ ਲਈ ਨਿਯੁਕਤ ਕੀਤਾ ਹੈ? ਚਰਚ ਆਫ ਗੋਡ ਦੇ ਸਾਰੇ ਮੈਂਬਰ ਹੁਣ ਇਸ ਦੀ ਵਰਤੋਂ ਕਰ ਰਹੇ ਹਨ। ਧਰਤੀ ਤੇ ਲਗਭਗ 8 ਅਰਬ ਲੋਕ ਰਹਿੰਦੇ ਹਨ, ਪਰ ਉਹਨਾਂ ਕੋਲ ਇਹ ਨਹੀਂ ਹੋ ਸਕਦਾ। ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਪਰਮੇਸ਼ਵਰ ਨੇ ਸਾਡੇ ਲਈ ਅਜਿਹੀਆਂ ਆਤਮਿਕ ਚੀਜ਼ਾਂ ਦਾ ਰਸਤਾ ਖੋਲ੍ਹ ਦਿੱਤਾ ਹੈ ਕਿ ਸਬਤ ਦਾ ਦਿਨ ਮੇਡ ਇਨ ਗੋਡ ਨਹੀਂ ਹੈ, ਪਸਾ ਵੀ ਮੇਡ ਇਨ ਗੋਡ ਹੈ। ਮੇਡ ਇਨ ਹੈਵਨ, ਮੇਡ ਇਨ ਗੋਡ, ਉਹ ਸਾਰੇ ਪਰਮੇਸ਼ਵਰ ਦੁਆਰਾ ਬਣਾਏ ਗਏ ਉਤਪਾਦ ਹਨ। ਇਸ ਤਰ੍ਹਾਂ ਸਾਰੇ ਲੋਕੋ ਕਿ ਸਾਨੂੰ ਇਸ ਉੱਚ ਗੁਣਵੱਤਾ ਵਾਲੀ ਸੱਚਾਈ ਤੇ ਮਨ ਨਹੀਂ ਕਰਨਾ ਚਾਹੀਦਾ ਅਤੇ ਸੰਸਾਰ ਵਿੱਚ ਕਿਤੇ ਵੀ ਜਾ ਕੇ ਇਸ ਦੀ ਵਡਿਆਈ ਨਹੀਂ ਕਰਨੀ ਚਾਹੀਦੀ। ਜੀਵਨ ਦੀ ਸੱਚਾਈ ਇਹ ਕਿੰਨਾ ਸ਼ਾਨਦਾਰ ਅਤੇ ਅਦਭੁਤ ਹੈ ਕਿ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੀ ਸੱਚਾਈ ਦਿੱਤੀ ਹੈ। ਸਵਰਗ ਦੇ ਸਵਰਗਦੂਤ ਵੀ ਕੀ ਕਰਨ ਦੀ ਇੱਛਾ ਕਰਦੇ ਹਨ? ਪਰਮੇਸ਼ਵਰ ਨੇ ਸਾਨੂੰ ਉਹ ਦਿੱਤਾ ਹੈ ਜਿਸ ਨੂੰ ਸਵਰਗਦੂਤ ਵੀ ਦੇਖਣ ਦੀ ਇੱਛਾ ਕਰਦੇ ਹਨ। ਇਸ ਤੱਥ ਤੇ ਵਿਚਾਰ ਕਰੋ ਕਿ ਪਰਮੇਸ਼ਵਰ ਨੇ ਇਹ ਸੱਚਾਈ ਸਿਰਫ ਆਪਣੇ ਲੋਕਾਂ ਨੂੰ ਦਿੱਤੀ ਹੈ ਜੋ ਸਵਰਗ ਦੇ ਰਾਜ ਦੇ ਵਾਰਿਸ ਹੋਣਗੇ। ਅਸੀਂ ਸਬਤ ਦੇ ਦਿਨ ਦੇ ਨਾਲ-ਨਾਲ ਪਸਾਹ ਵੀ ਮਨਾਉਂਦੇ ਹਾਂ। ਸਿਰਫ ਅਸੀਂ ਹੀ ਨਵੇਂ ਨੇਮ ਦਾ ਪਾਲਣ ਕਰ ਸਕਦੇ ਹਾਂ। ਸਿਰਫ ਇਸ ਲਈ ਕਿ ਦੂਸਰੇ ਲੋਕ ਇਸ ਨੂੰ ਨਹੀਂ ਮਨਾਉਂਦੇ, ਸਾਨੂੰ ਇਹ ਸੋਚ ਕੇ ਕਦੀ ਵੀ ਨਹੀਂ ਡਰਨਾ ਚਾਹੀਦਾ। ਸੰਸਾਰ ਵਿੱਚ ਸਾਰੇ ਲੋਕ ਕ੍ਰਿਸਮਸ ਅਤੇ ਐਤਵਾਰ ਦੀ ਆਰਾਧਨਾ ਮਨਾਉਂਦੇ ਹਨ। ਅਸੀਂ ਉਹਨਾਂ ਦਿਨਾਂ ਨੂੰ ਕਿਉਂ ਨਹੀਂ ਮਨਾਉਂਦੇ? ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਨੇ ਸਭ ਤਰ੍ਹਾਂ ਦੇ ਖਜ਼ਾਨੇ ਕੇਵਲ ਸਵਰਗ ਦੇ ਲੋਕਾਂ ਨੂੰ ਦਿੱਤੇ ਹਨ। ਜਿਸ ਮਾਰਗ ਤੇ ਦੁਨੀਆ ਚੱਲ ਰਹੀ ਹੈ, ਉਸ ਦਾ ਉਦੇਸ਼ ਉਸ ਮਾਰਗ ਦੇ ਉਦੇਸ਼ ਤੋਂ ਵੱਖਰਾ ਹੈ ਜਿਸ ਉੱਤੇ ਅਸੀਂ ਹੁਣ ਚੱਲ ਰਹੇ ਹਾਂ। ਇਸ ਤੋਂ ਇਲਾਵਾ ਤਰੀਕਾ ਵੱਖਰਾ ਹੈ। ਸਬਤ ਦਾ ਦਿਨ ਇੱਕ ਖਜ਼ਾਨਾ ਹੈ, ਪਸਾਹ ਇੱਕ ਖਜ਼ਾਨਾ ਹੈ ਅਤੇ ਨਵਾਂ ਨੇਮ ਇੱਕ ਖਜ਼ਾਨਾ ਹੈ। ਇੱਥੋਂ ਤੱਕ ਕਿ ਸਾਡੇ ਚਰਚ ਦਾ ਨਾਮ ਵੀ ਮੇਡ ਇਨ ਗੋਡ ਹੈ। ਸਾਡੇ ਚਰਚ ਦਾ ਨਾਮ ਮਨੁੱਖ ਦੁਆਰਾ ਨਹੀਂ ਬਲਕਿ ਪਰਮੇਸ਼ਵਰ ਦੁਆਰਾ ਬਣਾਇਆ ਗਿਆ ਹੈ ਨਾ? ਇਸ ਸਬਤ ਦੇ ਦਿਨ ਦੇ ਜ਼ਰੀਏ ਆਓ ਅਸੀਂ ਇਸ ਤੱਥ ਉੱਤੇ ਭਰੋਸਾ ਰੱਖੀਏ ਕਿ ਅਸੀਂ ਇਸ ਆਸ਼ੀਸ਼ਿਤ ਸੱਚਾਈ ਵਿੱਚ ਹਾਂ। ਸਾਮਰੀਆ ਅਤੇ ਧਰਤੀ ਦੇ ਬੰਨੇ ਤੋਂ ਜੋ ਲੋਕ ਇਸ ਤਰ੍ਹਾਂ ਦੀ ਕੀਮਤੀ ਸੱਚਾਈ ਨੂੰ ਜਾਣਦੇ ਹਨ, ਉਹ ਸਵਰਗੀ ਮਾਤਾ ਕੋਲ ਵਾਪਸ ਆਉਣਗੇ। ਕਿ ਇਸ ਦੀ ਭਵਿੱਖਬਾਣੀ ਬਾਈਬਲ ਵਿੱਚ ਨਹੀਂ ਕੀਤੀ ਗਈ ਹੈ? ਅਜਿਹਾ ਇਸ ਲਈ ਹੈ ਕਿਉਂਕਿ ਉਹਨਾਂ ਨੇ ਸੱਚਾਈ ਨੂੰ ਦੇਖਿਆ ਹੈ।
ਉਹਨਾਂ ਨੇ ਇਸ ਮਹਾਨ ਕੀਮਤ ਨੂੰ ਮਹਿਸੂਸ ਕੀਤਾ ਹੈ। ਸਾਡੇ ਕੋਲ ਉਹ ਉਤਪਾਦ ਹਨ ਜੋ ਮੇਡ ਇਨ ਗੋਡ ਅਤੇ ਮੇਡ ਇਨ ਹੈਵਨ ਹਨ। ਮੈਂ ਤੁਹਾਨੂੰ ਕਹਿੰਦਾ ਹਾਂ ਕਿ ਤੁਸੀਂ ਇਸ ਸੱਚਾਈ ਤੋਂ ਕਦੇ ਵੀ ਭਰੋਸਾ ਨਹੀਂ ਗਵਾਓਗੇ। ਇੱਕ ਵਾਰ ਇੱਕ ਮੈਂਬਰ ਨੇ ਮੈਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਮੈਂ ਦੁਨੀਆ ਵਿੱਚ ਬੇਕਾਰ ਹਾਂ। ਉਹਨਾਂ ਨੇ ਕਿਹਾ ਕਿ ਦੂਸਰੇ ਇਸ ਅਤੇ ਉਸ ਵਿੱਚ ਚੰਗੇ ਹਨ ਅਤੇ ਉਹਨਾਂ ਕੋਲ ਵੱਖ-ਵੱਖ ਪ੍ਰਤਿਭਾਵਾਂ ਹਨ, ਪਰ ਮੇਰੇ ਕੋਲ ਕੋਈ ਵਿਸ਼ੇਸ਼ ਯੋਗਤਾ ਨਹੀਂ ਹੈ। ਇਸ ਮੈਂਬਰ ਦਾ ਆਤਮ ਮਾਣ ਬਹੁਤ ਘੱਟ ਸੀ, ਜੋ ਆਪਣੇ ਆਪ ਨੂੰ ਬੇਕਾਰ ਸਮਝਦਾ ਸੀ। ਜਦੋਂ ਮੈਂ ਇਹ ਸੁਣਿਆ ਤਦ ਮੈਂ ਹੈਰਾਨ ਰਹਿ ਗਿਆ। ਮੈਂ ਉਸ ਨੂੰ ਕਿਹਾ, ਤੁਹਾਨੂੰ ਇਸ ਤਰ੍ਹਾਂ ਕਦੇ ਨਹੀਂ ਸੋਚਣਾ ਚਾਹੀਦਾ। ਅੱਜ ਤੱਕ ਮੈਂ ਕਦੇ ਵੀ ਪਰਮੇਸ਼ਵਰ ਦੁਆਰਾ ਬਣਾਇਆ ਗਿਆ ਅਜਿਹਾ ਕੁਝ ਨਹੀਂ ਦੇਖਿਆ ਜੋ ਵਿਅਰਥ ਹੋਵੇ। ਮਨੁੱਖ ਜਾਤੀ ਨੂੰ ਕਿਸ ਨੇ ਬਣਾਇਆ? ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ। ਸਾਰੀ ਮਨੁੱਖ ਜਾਤੀ ਮੇਡ ਇਨ ਗੋਡ ਹੈ। ਕੋਈ ਵੀ ਬੇਕਾਰ ਨਹੀਂ ਹੈ, ਕਿਉਂਕਿ ਪਰਮੇਸ਼ਵਰ ਨੇ ਹੀ ਉਹਨਾਂ ਨੂੰ ਬਣਾਇਆ ਹੈ। ਮੈਂ ਉਸ ਨੂੰ ਕਿਹਾ, ਭਾਵੇਂ ਤੁਸੀਂ ਖੜੇ ਰਹੋ ਅਤੇ ਕੁਝ ਨਾ ਕਰੋ, ਫਿਰ ਵੀ ਤੁਸੀਂ ਕੀਮਤੀ ਹੋ। ਕੀ ਤੁਸੀਂ ਕਦੇ ਇਸ ਤੱਥ ਬਾਰੇ ਨਹੀਂ ਸੋਚਿਆ ਕਿ ਪਰਮੇਸ਼ਵਰ ਨੇ ਤੁਹਾਨੂੰ ਬਣਾਇਆ ਹੈ? ਸਵਰਗਦੂਤਾਂ ਦੀ ਦੁਨੀਆ ਵਿੱਚ ਜੋ ਕੁਝ ਵੀ ਮੇਡ ਇਨ ਗੋਡ ਹੈ, ਉਸ ਨੂੰ ਇੱਕ ਉੱਤਮ ਕਲਾ ਮੰਨਿਆ ਜਾਂਦਾ ਹੈ। ਤੁਸੀਂ ਆਪਣੇ ਬਾਰੇ ਅਜਿਹਾ ਕਿਉਂ ਸੋਚਿਆ? ਜਦੋਂ ਮੈਂ ਉਸ ਨੂੰ ਇਹ ਸਵਾਲ ਪੁੱਛਿਆ ਤਦ ਅਜਿਹਾ ਲੱਗਾ ਕਿ ਉਸਨੇ ਆਪਣਾ ਮਨ ਬਦਲਿਆ। ਫਿਰ ਉਸਨੇ ਮੈਨੂੰ ਪੁੱਛਿਆ ਤਦ ਕਿ ਮੈਂ ਇੱਕ ਕੀਮਤੀ ਵਿਅਕਤੀ ਹਾਂ। ਮੈਂ ਉਸ ਨੂੰ ਕਿਹਾ, ਇਹ ਮੇਰੇ ਸ਼ਬਦ ਨਹੀਂ ਹਨ। ਕਿ ਬਾਈਬਲ ਇਸ ਗੱਲ ਦੀ ਗਵਾਹੀ ਨਹੀਂ ਦਿੰਦੀ ਕਿ ਤੁਸੀਂ ਉਹ ਕੰਮ ਨਹੀਂ ਹੋ ਜਿਸ ਨੂੰ ਪਰਮੇਸ਼ਵਰ ਨੇ ਆਪ ਬਣਾਇਆ ਹੈ? ਮੈਂ ਕਿਹਾ, ਕਿਉਂਕਿ ਤੁਸੀਂ ਮਹਾਨ ਵਿਅਕਤੀ ਹੋ ਤਾਂ ਤੁਸੀਂ ਮਨੁੱਖ ਜਾਤੀ ਦੀ ਮੁਕਤੀ ਅਤੇ ਸਾਰੇ ਸੰਸਾਰ ਲਈ ਉਸ ਕੀਮਤੀ ਕੰਮ ਨੂੰ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ ਜਿਸ ਤੋਂ ਪਰਮੇਸ਼ਵਰ ਖੁਸ਼ ਹੁੰਦੇ ਹਨ? ਉਸ ਸਮੇਂ ਤੋਂ ਉਸਨੇ ਇਮਾਨਦਾਰੀ ਨਾਲ ਪ੍ਰਾਰਥਨਾ ਅਤੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਚੰਗਾ ਵਿਸ਼ਵਾਸ ਰੱਖਿਆ। ਸਾਰੇ ਲੋਕੋ, ਅਸੀਂ ਉਹਨਾਂ ਲੋਕਾਂ ਵਿੱਚੋਂ ਸਭ ਤੋਂ ਕੀਮਤੀ ਹਾਂ ਜੋ ਮੇਡ ਇਨ ਗੋਡ ਹਨ। ਕੁਝ ਲੋਕ ਸੋਚ ਸਕਦੇ ਹਨ, ਮੈਂ ਹਰ ਮਿਸ਼ਨਰੀਆਂ ਵਾਂਗ ਬਾਈਬਲ ਸਿਖਾਉਣ ਵਿੱਚ ਚੰਗਾ ਨਹੀਂ ਹਾਂ। ਮੈਂ ਇੰਨਾ ਵੱਖਰਾ ਕਿਉਂ ਹਾਂ? ਤੁਹਾਨੂੰ ਅਜਿਹਾ ਕਦੇ ਨਹੀਂ ਸੋਚਣਾ ਚਾਹੀਦਾ। ਤੁਸੀਂ ਸਾਰੇ ਕੀਮਤੀ ਹੋ। ਫਿਰ ਵੀ ਸਾਡੇ ਵਿੱਚੋਂ ਹਰੇਕ ਵੱਖਰੀ ਭੂਮਿਕਾ ਨਿਭਾਉਂਦਾ ਹੈ ਨਾ? ਪਹਿਲਾ ਕੁਰਿੰਥੀਓ ਅਧਿਆਇ 12 ਅਨੁਸਾਰ ਜਦੋਂ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਬਣਾਇਆ ਤਦ ਸਾਡੀ ਸੱਚਾਈ ਵਿੱਚੋਂ ਕੁਝ ਕੋਲ ਸਿਰ ਹੋਣ ਦੀ ਭੂਮਿਕਾ ਹੈ, ਕੁਝ ਕੋਲ ਅੱਖਾਂ ਹੋਣ ਦੀ ਭੂਮਿਕਾ ਹੈ, ਕੁਝ ਕੋਲ ਹੱਥਾਂ ਦੀ ਭੂਮਿਕਾ ਹੁੰਦੀ ਹੈ ਅਤੇ ਕੁਝ ਕੋਲ ਪੈਰ ਹੋਣ ਦੀ ਭੂਮਿਕਾ ਹੁੰਦੀ ਹੈ। ਸਾਰੇ ਲੋਕਾਂ ਕੋਲ ਵੱਖਰੀ ਭੂਮਿਕਾ ਹੁੰਦੀ ਹੈ। ਫਿਰ ਵੀ ਹਰੇਕ ਵਿਅਕਤੀ ਬਿਲਕੁਲ ਕੀਮਤੀ ਹੈ। ਜੇਕਰ ਅਸੀਂ ਆਪਣੀ ਕੀਮਤੀ ਭੂਮਿਕਾ ਨੂੰ ਪੂਰਾ ਕਰੀਏ ਤਦ ਸਦੀਪਕ ਸਵਰਗ ਦੇ ਰਾਜ ਵਿੱਚ ਵਾਪਸ ਜਾਣ ਤੇ ਪਰਮੇਸ਼ਵਰ ਸਾਨੂੰ ਧੰਨਵਾਦ ਕਹਿੰਦੇ ਹੋਏ ਆਸ਼ੀਸ਼ ਅਤੇ ਵਡਿਆਈ ਦੇਣਾ ਕਦੇ ਬੰਦ ਨਹੀਂ ਕਰਨਗੇ, ਕਿਉਂਕਿ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਕੀਮਤੀ ਬਣਾਇਆ ਹੈ। ਇਸ ਲਈ ਕਿਰਪਾ ਕਰਕੇ ਅੱਜ ਆਪਣੇ ਆਪ ਉੱਤੇ ਮਾਣ ਕਰੋ। ਕੁਝ ਲੋਕ ਕਹਿੰਦੇ ਹਨ, ਮੇਰੇ ਕੋਲ ਆਪਣਾ ਘਰ ਵੀ ਨਹੀਂ ਹੈ, ਮੇਰੇ ਤੋਂ ਇਲਾਵਾ ਸਾਰਿਆਂ ਕੋਲ ਘਰ ਹੈ। ਸਾਰੇ ਲੋਕੋ, ਸਾਨੂੰ ਉਹਨਾਂ ਚੀਜ਼ਾਂ ਨੂੰ ਕੀਮਤੀ ਨਹੀਂ ਸਮਝਣਾ ਚਾਹੀਦਾ। ਇਸ ਧਰਤੀ ਦੀਆਂ ਸਾਰੀਆਂ ਚੀਜ਼ਾਂ ਥੋੜੇ ਸਮੇਂ ਤੋਂ ਬਾਅਦ ਗਾਇਬ ਹੋ ਜਾਂਦੀਆਂ ਹਨ, ਪਰ ਸਵਰਗ ਦੀਆਂ ਚੀਜ਼ਾਂ ਬਾਰੇ ਕੀ ਇਹ ਨਹੀਂ ਲਿਖਿਆ ਹੈ ਕਿ ਉਹ ਸਦਾ ਲਈ ਹਨ? ਸਵਰਗ ਦੇ ਸਵਰਗਦੂਤ ਵੀ ਉਹਨਾਂ ਚੀਜ਼ਾਂ ਤੋਂ ਤੁਹਾਡੀ ਈਰਖਾ ਕਰਦੇ ਹਨ। ਇਸ ਲਈ ਜਦੋਂ ਵੀ ਤੁਸੀਂ ਥੋੜਾ ਜਿਹਾ ਝਿਜਕੋ ਜਾਂ ਤੁਸੀਂ ਮੰਦੀ ਵਿੱਚ ਹੋਵੋ ਤਦ ਕਿਰਪਾ ਕਰਕੇ ਸੋਚੋ, ਮੈਂ ਮੇਡ ਇਨ ਗੋਡ ਹਾਂ। ਕਿ ਮੈਨੂੰ ਅਜਿਹੇ ਵਿਚਾਰਾਂ ਵਿੱਚ ਫਸਣਾ ਚਾਹੀਦਾ ਹੈ? ਤੁਸੀਂ ਸਭ ਤੋਂ ਵਧੀਆ ਕੰਮ ਹੋ ਜੋ ਪਰਮੇਸ਼ਵਰ ਨੇ ਬਣਾਇਆ ਹੈ। ਇਸ ਤਰ੍ਹਾਂ ਤੁਹਾਨੂੰ ਕੀਮਤੀ ਕੰਮ ਲਈ ਵਰਤੋਂ ਕੀਤਾ ਜਾਣਾ ਚਾਹੀਦਾ ਹੈ। ਆਪਣੇ ਆਪ ਉੱਤੇ ਵਿਚਾਰ ਕਰੋ ਅਤੇ ਇਸ ਤੱਥ ਬਾਰੇ ਸੋਚੋ ਕਿ ਤੁਸੀਂ ਮੇਡ ਇਨ ਗੋਡ ਹੋ। ਇਸ ਪਲ ਤੋਂ ਆਓ ਅਸੀਂ ਦੁਨੀਆ ਦੇ ਹੋਰ ਲੋਕਾਂ ਨਾਲ ਆਪਣੀ ਤੁਲਨਾ ਨਾ ਕਰੀਏ। ਅਸੀਂ ਉਹ ਕੀਮਤੀ ਸਵਰਗੀ ਖਜ਼ਾਨਾ ਹਾਂ ਜਿਸ ਨੂੰ ਖੁਦ ਪਰਮੇਸ਼ਵਰ ਨੇ ਬਣਾਇਆ ਹੈ। ਇਸ ਤਰ੍ਹਾਂ ਸਾਨੂੰ ਉਸ ਕੀਮਤੀ ਕੰਮ ਨੂੰ ਪੂਰਾ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ ਜੋ ਪਰਮੇਸ਼ਵਰ ਨੂੰ ਖੁਸ਼ ਕਰਦਾ ਹੈ। ਆਓ ਅਸੀਂ ਯਿਰਮੀਆ ਅਧਿਆਇ 31 ਉੱਤੇ ਜਾਈਏ। 8 ਅਰਬ ਲੋਕਾਂ ਵਿੱਚੋਂ ਪਰਮੇਸ਼ਵਰ ਨੇ ਇਹਨਾਂ ਲੋਕਾਂ ਨੂੰ ਹੋਰ ਜ਼ਿਆਦਾ ਕੀਮਤੀ ਬਣਾਉਣ ਲਈ ਉਹਨਾਂ ਨੂੰ ਸ਼ੁੱਧ ਕੀਤਾ ਹੈ। ਆਓ ਅਸੀਂ ਯਿਰਮੀਆ ਅਧਿਆਇ 31 ਵਚਨ 31 ਦੇਖੀਏ। ਅਧਿਆਇ 31 ਵਚਨ 31, ਵੇਖੋ ਉਹ ਦਿਨ ਆ ਰਹੇ ਹਨ, ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਕੀ ਬੰਨਾਂਗਾ? ਇੱਕ ਨਵਾਂ ਨੇਮ ਬੰਨਾਂਗਾ। ਮਨੁੱਖ ਜਾਤੀ ਉਹ ਰਚਨਾ ਹੈ
ਜੋ ਮੇਡ ਇਨ ਗੋਡ ਹੈ। 인류 인생은 하나님께서 ਨਵਾਂ ਨੇਮ ਸਵਰਗਦੂਤਾਂ ਦੀ ਦੁਨੀਆ ਵਿੱਚ ਸਭ ਤੋਂ ਕੀਮਤੀ ਜੀਵਾਂ ਨੂੰ ਹੋਰ ਵੀ ਕੀਮਤੀ ਬਣਾਉਂਦਾ ਹੈ। 존재들을 더 가치롭게 해놓으신 ਵਚਨ 32 ਉਸ ਨੇਮ ਵਾਂਗ ਨਹੀਂ ਜਿਹੜਾ ਉਹਨਾਂ ਦੇ ਪਿਓ ਦਾਦਿਆਂ ਨਾਲ ਬੰਨਿਆ, ਜਿਸ ਦਿਨ ਮੈਂ ਉਹਨਾਂ ਦਾ ਹੱਥ ਫੜਿਆ 내가 그들의 ਭਈ ਉਹਨਾਂ ਨੂੰ ਮਿਸਰ ਦੇਸ਼ ਵਿੱਚੋਂ ਬਾਹਰ ਲਿਆਵਾਂ, 인도 ਜਿਸ ਮੇਰੇ ਨਾਮ ਨੂੰ ਉਹਨਾਂ ਨੇ ਤੋੜ ਦਿੱਤਾ, ਭਾਵੇਂ ਮੈਂ ਉਹਨਾਂ ਦਾ ਬਿਆਨਦੜ ਸਾਂ। ਯਹੋਵਾ ਦਾ ਵਾਕ ਹੈ। 그들이 내 언약 ਇਹ ਉਹ ਨੇਮ ਹੈ ਜਿਹੜਾ ਮੈਂ ਉਹਨਾਂ ਦਿਨਾਂ ਦੇ ਪਿੱਛੋਂ ਇਜ਼ਰਾਈਲ ਦੇ ਘਰਾਣੇ ਨਾਲ ਬੰਨਾਂਗਾ। ਯਹੋਵਾ ਦਾ ਵਾਕ ਹੈ, ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ। 내가 나의 법을 그들의 속에 ਵਿਵਸਥਾ ਵੀ ਮੇਡ ਇਨ ਗੋਡ ਹੋਣੀ ਚਾਹੀਦੀ ਹੈ। 법도 ਇਹ ਵਿਵਸਥਾ ਪਰਮੇਸ਼ਵਰ ਦੁਆਰਾ ਬਣਾਈ ਗਈ ਹੈ। 하나님께서 만드신 법 ਇਹ ਧਰਤੀ ਉੱਤੇ ਕਿਸੇ ਵੀ ਹੋਰ ਵਿਵਸਥਾ ਨਾਲੋਂ ਉੱਤਮ ਹੈ ਅਤੇ ਇਹ ਸਾਨੂੰ ਸਦੀਪਕ ਜੀਵਨ ਵੱਲ ਲੈ ਜਾਂਦੀ ਹੈ। 생명의 법이라고 말할 수 있는 것입니다. 이 ਇਹ ਵਿਵਸਥਾ ਕੀ ਹੈ? ਇਹ ਵਚਨ 31 ਵਿੱਚ ਨਵੇਂ ਨੇਮ ਦੀ ਵਿਵਸਥਾ ਹੈ। 법입니다. ਪਰਮੇਸ਼ਵਰ ਨੇ ਨਵੇਂ ਨੇਮ ਦੀ ਵਿਵਸਥਾ ਨੂੰ ਮੇਰੀ ਵਿਵਸਥਾ ਦੇ ਰੂਪ ਵਿੱਚ ਘੋਸ਼ਿਤ ਕੀਤਾ। 하고 계십니다. ਫਿਰ ਸਾਰੀਆਂ ਵਿਵਸਥਾਵਾਂ ਵਿੱਚੋਂ ਇਹ ਵਿਵਸਥਾ ਸਭ ਤੋਂ ਉੱਤਮ ਹੈ ਅਤੇ ਇਸ ਦੀ ਗੁਣਵੱਤਾ ਅਤੇ ਕੀਮਤ ਉੱਚੀ ਹੈ। 가치 있고 ਕੀ ਇਸ ਵਿੱਚ ਅਜਿਹੇ ਤੱਤ ਨਹੀਂ ਹਨ ਜਿਨ੍ਹਾਂ ਨੂੰ ਸਵਰਗਦੂਤ ਵੀ ਦੇਖਣ ਦੀ ਲਾਲਸਾ ਕਰਦੇ ਹਨ? 그러한 요소를 담고 있는 법 아니겠습니까? ਮੈਂ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਾਂਗਾ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਾਂਗਾ। ਮੈਂ ਉਹਨਾਂ ਦਾ ਕੌਣ ਹੋਵਾਂਗਾ? 나는 ਪਰਮੇਸ਼ਵਰ ਹੋਵਾਂਗਾ ਅਤੇ ਉਹ ਮੇਰੀ ਕੌਣ 하나님이 ਪ੍ਰਜਾ ਹੋਣਗੇ। 내 백성이 될 것이라고 했습니다. ਉਹਨਾਂ ਸਾਰਿਆਂ ਵਿੱਚੋਂ ਜੋ ਪਰਮੇਸ਼ਵਰ ਨੇ ਧਰਤੀ ਉੱਤੇ ਬਣਾਇਆ ਹੈ, 인생들 가운데 ਪਰਮੇਸ਼ਵਰ ਨੇ ਕੁਝ ਹੀ ਨੂੰ ਚੁਣਿਆ ਹੈ। 하시고 선별하신 그 백성들이 있다. ਜੋ ਲੋਕ ਨਵੇਂ ਨੇਮ ਦੀ ਵਿਵਸਥਾ ਮਤਲਬ ਪਰਮੇਸ਼ਵਰ ਦੀ ਵਿਵਸਥਾ ਵਿੱਚ ਹਨ। 안에 있는 사람들은 ਪਰਮੇਸ਼ਵਰ ਆਖਦੇ ਹਨ, ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ ਤੁਸੀਂ ਮੇਰੀ ਪ੍ਰਜਾ ਹੋਵੋਗੇ। 천국에 ਉਹਨਾਂ ਨੂੰ ਪਰਮੇਸ਼ਵਰ ਦੁਆਰਾ ਮਨਜ਼ੂਰ ਕੀਤਾ ਗਿਆ ਹੈ, ਜਿਨ੍ਹਾਂ ਨੇ ਸਵਰਗ ਦੇ ਰਾਜ ਦੇ ਆਤਮਿਕ ਖਜ਼ਾਨੇ ਨੂੰ ਬਣਾਇਆ ਹੈ। ਭੌਤਿਕ ਸੰਸਾਰ ਵਿੱਚ ਲੋਕ ਕਹਿੰਦੇ ਹਨ, ਇਸ ਪਰਿਵਾਰ ਕੋਲ ਬਹੁਤ ਸਾਰਾ ਧਨ ਹੈ, ਉਹ ਪਰਿਵਾਰ ਬਹੁਤ ਪੜ੍ਹਿਆ ਲਿਖਿਆ ਹੈ। ਲੋਕ ਇਹਨਾਂ ਚੀਜ਼ਾਂ ਦੇ ਆਧਾਰ ਤੇ ਜੀਵਨ ਦੀ ਮਿਆਰ ਨੂੰ ਮਾਪਦੇ ਹਨ, ਪਰ ਸਵਰਗ ਵਿੱਚ ਚੀਜ਼ਾਂ ਵੱਖਰੀਆਂ ਹਨ। ਸਵਰਗ ਵਿੱਚ ਮੁੱਲ ਦਾ ਮਿਆਰ ਇਹ ਹੈ ਕਿ ਇਸ ਨੂੰ ਪਰਮੇਸ਼ਵਰ ਨੇ ਬਣਾਇਆ ਹੈ, ਕਿ ਉਹ ਪਰਮੇਸ਼ਵਰ ਵੱਲੋਂ ਹੈ ਜਾਂ ਕਿ ਇਹ ਪਰਮੇਸ਼ਵਰ ਦੁਆਰਾ ਮਨਜ਼ੂਰ ਹੈ। 어떤 ਇਹ ਸਭ ਤੋਂ ਵੱਡਾ ਖਜ਼ਾਨਾ ਹੈ। ਸਾਡੇ ਕੋਲ ਸਬਤ ਦਾ ਦਿਨ ਅਤੇ ਪਸਾਹ ਹੈ ਜੋ ਪਰਮੇਸ਼ਵਰ ਦੁਆਰਾ ਮਨਜ਼ੂਰ ਹੈ। ਇਸ ਲਈ ਅਸੀਂ ਦੁਨੀਆ ਵਿੱਚ ਕਿਸੇ ਵੀ ਚੀਜ਼ ਨਾਲ ਈਰਖਾ ਨਹੀਂ ਕਰਦੇ। 부럽지 않습니다. ਅਸੀਂ ਸੱਚਾਈ ਵਿੱਚ ਹਾਂ, ਜਿਸ ਦੀ ਗਾਰੰਟੀ ਪਰਮੇਸ਼ਵਰ ਨੇ ਸਾਡੀ ਮੰਜ਼ਿਲ ਸਦੀਪਕ ਸਵਰਗ ਦੇ ਰਾਜ ਵਿੱਚ ਕੀਤੀ ਹੈ। 이 안에 여러분 ਅਸੀਂ ਇਹਨਾਂ ਸਾਰਿਆਂ ਲਈ ਕਿੰਨੇ ਸ਼ੁਕਰਗੁਜ਼ਾਰ ਹਾਂ। 감사한 일입니까? ਅੱਜ ਇਸ ਸਬਤ ਦੇ ਦਿਨ ਦੇ ਦੁਆਰਾ ਆਓ ਅਸੀਂ ਐਲੋਹੀਮ ਪਰਮੇਸ਼ਵਰ ਨੂੰ ਹੋਰ ਜ਼ਿਆਦਾ ਮਹਿਮਾ, ਧੰਨਵਾਦ ਅਤੇ ਸਨਮਾਨ ਦਈਏ, ਜਿਨ੍ਹਾਂ ਨੇ ਆਕਾਸ਼ ਅਤੇ ਧਰਤੀ ਅਤੇ ਉਹਨਾਂ ਵਿੱਚ ਸਭ ਕੁਝ ਬਣਾਇਆ ਹੈ। ਨਾਲ ਹੀ ਜਦੋਂ ਵੀ ਤੁਸੀਂ ਕਿਸੇ ਵੀ ਮੁਸ਼ਕਿਲ ਜਾਂ ਪ੍ਰੀਖਿਆ ਦਾ ਸਾਹਮਣਾ ਕਰਦੇ ਹੋ, ਤਦ ਕਿਰਪਾ ਕਰਕੇ ਉਸ ਬਾਰੇ ਸੋਚੋ ਜੋ ਮੈਂ ਅੱਜ ਤੁਹਾਨੂੰ ਦੱਸਿਆ ਹੈ। 생각해 보십시오. ਪਰਮੇਸ਼ਵਰ ਨੇ ਸਾਨੂੰ ਸਭ ਤੋਂ ਵਧੀਆ ਸੱਚਾਈ ਅਤੇ ਸਭ ਤੋਂ ਵੱਡਾ ਖਜ਼ਾਨਾ ਦਿੱਤਾ ਹੈ। 우리에게 주셨는데 ਇਸ ਲਈ ਆਓ ਅਸੀਂ ਸਾਵਧਾਨ ਰਹੀਏ। ਤੁਸੀਂ ਬੱਚਿਆਂ ਦੀ ਕਹਾਣੀ ਬਦਸੂਰਤ ਬਤਖ ਦਾ ਬੱਚਾ ਚੰਗੀ ਤਰ੍ਹਾਂ ਜਾਣਦੇ ਹੋ। 않습니까? ਹਾਲਾਂਕਿ ਮੁੱਖ ਪਾਤਰ ਇੱਕ ਹੰਸ ਸੀ, ਪਰ ਉਹ ਬਤਕਾਂ ਵਿੱਚ ਵੱਡਾ ਹੋਇਆ। 내용으로서는 ਕਹਾਣੀ ਵਿੱਚ ਜਿਵੇਂ ਹੰਸ ਬਤਕਾਂ ਦੇ ਝੁੰਡ ਵਿੱਚ ਪੈਦਾ ਹੋਇਆ ਸੀ, ਤਦ ਉਹ ਆਪਣੇ ਆਪ ਨੂੰ ਬਤਖ ਸਮਝਣ ਲੱਗਦਾ ਸੀ, 알고 살고 있습니다. ਪਰ ਉਹ ਕਦੇ ਵੀ ਬਤਖ ਨਹੀਂ ਸੀ, ਉਹ ਇੱਕ ਹੰਸ ਸੀ। ਬਾਅਦ ਵਿੱਚ ਕਹਾਣੀ ਵਿੱਚ ਉਸ ਨੂੰ ਆਪਣੀ ਅਸਲੀ ਪਹਿਚਾਣ ਦਾ ਅਹਿਸਾਸ ਹੁੰਦਾ ਹੈ ਅਤੇ ਉਹ ਦੂਜੇ ਹੰਸਾਂ ਨਾਲ ਜੁੜ ਜਾਂਦਾ ਹੈ। ਪਰਮੇਸ਼ਵਰ ਨੇ ਸਾਨੂੰ ਵਡਮੁੱਲਾ ਅਤੇ ਕੀਮਤੀ ਜੀਵਨ ਦਿੱਤਾ ਹੈ। ਉਸ ਨੂੰ ਸਾਨੂੰ ਕਦੇ ਨਹੀਂ ਛੱਡਣਾ ਚਾਹੀਦਾ। 하시면 안 됩니다. ਸਾਨੂੰ ਇਸ ਜੀਵਨ ਨੂੰ ਅੰਤ ਤੱਕ ਫੜੀ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਸਵਰਗ ਦੇ ਸਦੀਪਕ ਰਾਜ ਤੱਕ ਪਹੁੰਚ ਸਕੀਏ। ਯਰਮੀਆ ਦੀ ਕਿਤਾਬ ਅਧਿਆਇ 31 ਦੁਆਰਾ ਕਿ ਪਰਮੇਸ਼ਵਰ ਸਾਨੂੰ ਇਹ ਨਹੀਂ ਦੱਸ ਰਹੇ ਹਨ ਕਿ ਨਵੇਂ ਨੇਮ ਦੀ ਸੱਚਾਈ ਇਸ ਧਰਤੀ ਦੇ ਸਾਰੇ ਖਜ਼ਾਨਿਆਂ ਵਿੱਚੋਂ ਸਭ ਤੋਂ ਵੱਡਾ ਖਜ਼ਾਨਾ ਹੈ। 알려주고 계시. ਕਿ ਪਰਮੇਸ਼ਵਰ ਨੇ ਸਾਨੂੰ ਇਹ ਨਹੀਂ ਕਿਹਾ, ਮੈਂ ਤੁਹਾਡਾ ਪਰਮੇਸ਼ਵਰ ਹਾਂ, ਮੈਂ ਦੂਸਰਿਆਂ ਦਾ ਪਰਮੇਸ਼ਵਰ ਨਹੀਂ, ਪਰ ਤੁਹਾਡਾ ਪਰਮੇਸ਼ਵਰ ਅਤੇ ਤੁਸੀਂ ਮੇਰੀ ਪ੍ਰਜਾ ਹੋਵੋਗੇ। ਜਿਨ੍ਹਾਂ ਕੋਲ ਨਵਾਂ ਨੇਮ ਹੈ ਅਤੇ ਜਿਨ੍ਹਾਂ ਕੋਲ ਨਹੀਂ ਹੈ, ਉਹਨਾਂ ਵਿਚਕਾਰ ਇੱਕ ਵੱਡਾ ਫਰਕ ਹੈ। ਦੁਨੀਆ ਦੇ ਚਰਚਾਂ ਦੀ ਤੁਲਨਾ ਚਰਚ ਆਫ ਗੋਡ ਨਾਲ ਕਰੋ। ਕਿਸ ਕੋਲ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਉੱਤੇ ਮੇਡ ਇਨ ਗੋਡ ਦਾ ਪਰਚਾ ਲੱਗਾ ਹੋਇਆ ਹੈ? ਸੱਚਾਈ ਦੀ ਇੱਛਾ ਅਨੁਸਾਰ ਕੌਣ ਜੀ ਰਿਹਾ ਹੈ? ਮੈਨੂੰ ਉਮੀਦ ਹੈ ਕਿ ਤੁਸੀਂ ਅਤੇ ਮੈਂ ਇਸ ਮਾਮਲੇ ਨੂੰ ਆਸਾਨੀ ਨਾਲ ਸਮਝ ਸਕਾਂਗੇ। ਆਓ ਅਸੀਂ ਯਸ਼ਾਇਆ ਅਧਿਆਇ 33 ਵਚਨ 20 ਉੱਤੇ ਜਾਈਏ। 20절의 말씀 보도록 하겠습니다.
ਯਸ਼ਾਇਆ ਅਧਿਆਇ 33 ਵਚਨ 20, ਕਿਸ ਨੂੰ ਤੱਕ? ਸਿਯੋਨ ਨੂੰ ਤੱਕ, ਸਾਡੇ ਮਿੱਥੇ ਹੋਏ ਪਰਮਾਂ ਦਾ ਨਗਰ। ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣਗੀਆਂ, ਇੱਕ ਆਰਾਮ ਦਾ ਵਾਸ, 뭘 보라고요? ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ, ਜਿਹਦੇ ਕਿੱਲੇ ਕਦੀ ਉਖਾੜੇ ਨਹੀਂ ਜਾਣਗੇ, ਜਿਹਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ। ਪਰ ਉੱਥੇ ਇਹ ਕਿਹੜੀ ਜਗ੍ਹਾ ਹੈ? ਸਿਯੋਨ ਵਿੱਚ। 그 줄이 하나 ਯਹੋਵਾ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ। 거기서 ਪਰਮੇਸ਼ਵਰ ਆਪਣੇ ਸਾਰੇ ਲੋਕਾਂ ਨੂੰ ਉਸ ਜਗ੍ਹਾ ਤੇ ਇਕੱਠਾ ਕਰਦੇ ਹਨ ਜਿੱਥੇ ਉਹ ਨਿਵਾਸ ਕਰਦੇ ਹਨ। 계실 것이 ਆਓ ਅਸੀਂ ਜਾਰੀ ਰੱਖੀਏ। ਜਿੱਥੇ ਚੌੜੀਆਂ ਨਦੀਆਂ ਅਤੇ ਦਰਿਆ ਹਨ, ਜਿੱਥੇ ਕੋਈ ਚੱਪੂਆਂ ਵਾਲੀ ਬੇੜੀ ਨਾ ਚੱਲੇਗੀ, ਜਿਹਦੇ ਉੱਤੇ ਕੋਈ ਸ਼ਾਨਦਾਰ ਜਹਾਜ਼ ਨਾ ਲੰਘੇਗਾ। 그 ਵਚਨ 22, 같이 노지라는 데나 ਯਹੋਵਾ ਤਾਂ ਸਾਡਾ ਨਿਆਈ ਹੈ, ਯਹੋਵਾ ਸਾਡਾ 강이 ਵਿਧੀਆਂ ਦੇਣ ਵਾਲਾ ਹੈ, 22 ਯਹੋਵਾ ਸਾਡਾ ਪਾਸ਼ਾ ਹੈ। 대적이 ਉਹ 많은 우리의 ਉਹ ਕੀ ਕਰੇਗਾ? 하나님이시여, ਸਾਨੂੰ ਬਚਾਵੇਗਾ। 우리에게 율법을 ਇਸ ਵਚਨ ਵਿੱਚ ਸਾਨੂੰ ਸਿਯੋਨ ਵਿੱਚ ਰਹਿਣ ਵਾਲੇ ਹਨ। 세우시니 우리를 ਵਚਨ 23, ਤੇਰੇ ਰਸੇ ਢਿੱਲੇ ਹਨ, ਉਹ ਬਾਦਬਾਨ ਉਹਦੇ ਥਾਂ ਤੇ ਕੱਸ ਨਾ ਸਕੇ, ਨਾ ਉਹ ਪਾਲ ਨੂੰ ਉਡਾ ਸਕੇ। ਤਾਂ ਸ਼ਿਕਾਰ ਅਰ ਲੁੱਟ ਵਾਫਰੀ ਨਾਲ ਵੰਡੀ ਜਾਵੇਗੀ, ਲੰਗੜੇ ਵੀ ਲੁੱਟਣਗੇ। 못하였고 덫을 달지 못 ਕੋਈ ਵਾਸੀ ਨਾ ਆਖੇਗਾ ਮੈਂ ਬਿਮਾਰ ਹਾਂ। ਜਿਹੜੇ ਲੋਕ ਉਸ ਵਿੱਚ ਵੱਸਦੇ ਹਨ, ਉਹਨਾਂ ਦੀ ਕੀ ਬਦੀ ਮਾਫ ਕੀਤੀ ਜਾਵੇਗੀ। ਸਿਯੋਨ ਵਿੱਚ ਰਹਿਣ ਵਾਲੇ ਲੋਕਾਂ ਨੂੰ ਪਰਮੇਸ਼ਵਰ ਨੇ ਕਿਹਾ ਕਿ ਉਹਨਾਂ ਦੀ ਬਦੀ 거기 그 ਮਾਫ ਕੀਤੀ ਜਾਏਗੀ। 뭘 받는다고 했습니까? 죄의 사함을 받는 ਪਰਮੇਸ਼ਵਰ ਦੀ ਸਭ ਤੋਂ ਕੀਮਤੀ ਕਲਾ ਮਨੁੱਖ ਜਾਤੀ ਹੈ। 사람들에게 ਮਨੁੱਖ ਜਾਤੀ ਵਿਚਕਾਰ ਵੀ 하나님께서 ਪਰਮੇਸ਼ਵਰ ਭੇਦ ਕਰਦੇ ਹਨ। 창조하신 작품인 ਪਰਮੇਸ਼ਵਰ ਨੇ ਨਵੇਂ ਨੇਮ ਵਿੱਚ 그 인류 ਲੋਕਾਂ ਨੂੰ ਕਿਹਾ, 가운데서도 ਮੈਂ ਤੁਹਾਡਾ ਪਰਮੇਸ਼ਵਰ ਹੋਵਾਂਗਾ ਅਤੇ 하나님께서 ਤੁਸੀਂ ਮੇਰੀ ਪ੍ਰਜਾ ਹੋਵੋਗੇ। 안에 있는 그 백성들에게 ਪਰਮੇਸ਼ਵਰ ਉਹਨਾਂ ਸਾਰਿਆਂ ਨੂੰ ਪਰਮੇਸ਼ਵਰ ਦੇ ਪਰਮਾਂ ਦੇ ਨਗਰ ਸਿਯੋਨ ਵਿੱਚ ਇਕੱਠਾ ਕਰਨਗੇ। 그들은 내 백성이 될 것이다. ਪਰਮੇਸ਼ਵਰ ਉਹਨਾਂ ਨੂੰ ਪਾਪਾਂ ਦੀ ਮਾਫੀ ਦਿੰਦੇ ਹਨ 절기 지키는 시온으로 ਅਤੇ ਪਰਮੇਸ਼ਵਰ ਉਹਨਾਂ ਨੂੰ ਸਭ ਤੋਂ ਸੰਪੂਰਨ ਸਦੀਪਕ ਪ੍ਰਾਣੀ ਬਣਾਉਂਦੇ ਹਨ, ਜਿਸ ਨੂੰ ਉਹ ਬਣਾਉਣਾ ਚਾਹੁੰਦੇ ਹਨ। 하시고 하나님께서 만드시고 ਆਓ ਅਸੀਂ ਯਿਰਮੀਆ ਅਧਿਆਇ 4 ਵਚਨ 5 ਉੱਤੇ ਇੱਕ ਨਜ਼ਰ ਪਾਈਏ। 부여하시는 것입니다. ਅਧਿਆਇ 4 ਵਚਨ 5, 예레미야서 4장 ਯਹੂਦਾ ਵਿੱਚ ਦੱਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ, ਭਾਈ ਦੇਸ਼ ਵਿੱਚ ਤੂਰੀ ਫੂਕੋ, ਉੱਚੀ ਦੇ ਕੇ ਪੁਕਾਰੋ ਅਤੇ ਆਖੋ, ਇਕੱਠੇ ਹੋ ਜਾਓ, ਭਾਈ ਅਸੀਂ ਗੜ੍ਹ ਵਾਲੇ ਸ਼ਹਿਰਾਂ ਵਿੱਚ ਚੱਲੀਏ। 예루살렘에 공파여 이르기를 ਉਹ ਕਿਸ ਮਾਰਗ ਵਿੱਚ ਝੰਡਾ ਉੱਚਾ ਕਰਦੇ ਹਨ? ਤੁਸੀਂ ਸਿਯੋਨ ਵਿੱਚ ਝੰਡਾ ਉੱਚਾ ਕਰੋ, 너희는 ਪਨਾਹ ਲਈ ਨੱਠੋ ਅਤੇ ਖਲੋਵੋ ਨਾ। 성으로 들어가자 하고 어디를 향한다고요? ਪਰਮੇਸ਼ਵਰ ਆਪਣੇ ਲੋਕਾਂ ਨੂੰ ਕਿੱਥੇ ਇਕੱਠਾ ਕਰਦੇ ਹਨ? 지체하지 말라고 했습니다. ਫਿਰ ਸਿਯੋਨ ਕਿਸ ਦੀ ਯੋਗਤਾ ਦੁਆਰਾ ਸਥਾਪਿਤ ਹੁੰਦਾ ਹੈ? 전부 어디로 다 ਜ਼ਬੂਰਾਂ ਦੀ ਪੋਥੀ ਅਧਿਆਇ 102 ਵਚਨ 16 ਅਨੁਸਾਰ ਪਰਮੇਸ਼ਵਰ ਕਿਸ ਨੂੰ ਦੁਬਾਰਾ ਬਣਾਉਣਗੇ? 함시로서 ਇਹ ਲਿਖਿਆ ਹੋਇਆ ਹੈ ਕਿ ਪਰਮੇਸ਼ਵਰ ਸਿਯੋਨ ਨੂੰ ਦੁਬਾਰਾ ਬਣਾਉਣਗੇ। 창조를 보면 ਸਿਯੋਨ ਵੀ ਪਰਮੇਸ਼ਵਰ ਦੀ ਕਲਾ ਦਾ ਕੰਮ ਹੈ। 시온은 ਪਰਮੇਸ਼ਵਰ ਸਾਰੀ ਮਨੁੱਖ ਜਾਤੀ ਨੂੰ ਸਿਯੋਨ ਵਿੱਚ ਇਕੱਠਾ ਕਰਨਗੇ, ਜਿਸ ਨੂੰ ਉਹਨਾਂ ਨੇ ਖੁਦ ਸਥਾਪਿਤ ਕੀਤਾ ਹੈ। 하나님 작품입니다. ਨਵੇਂ ਨੇਮ ਦੀ ਸਚਾਈ ਦੁਆਰਾ ਪਰਮੇਸ਼ਵਰ ਉਹਨਾਂ ਨੂੰ ਇੱਕ ਬਣਾ ਦੇਣਗੇ 인류 인생들을 ਅਤੇ ਪਰਮੇਸ਼ਵਰ ਉਹਨਾਂ ਨੂੰ ਪਾਪਾਂ ਦੀ ਮਾਫੀ ਅਤੇ ਸਦੀਪਕ ਜੀਵਨ ਦੇਣਗੇ ਤਾਂ ਜੋ ਉਹ ਪਰਮੇਸ਼ਵਰ ਦੇ ਲੋਕ ਬਣ ਸਕਣ। 얻게 하시고 하나님 백성이 되게 해서 이 ਆਓ ਅਸੀਂ ਦੇਖੀਏ ਕਿ ਸੰਪੂਰਨ ਪ੍ਰਾਣੀਆਂ ਨੂੰ ਕੀ ਦਿੱਤਾ ਜਾਏਗਾ ਜਿਨ੍ਹਾਂ ਨੂੰ ਪਰਮੇਸ਼ਵਰ ਸਿਯੋਨ ਵਿੱਚ ਬਣਾਉਣਗੇ। 시온에서 하나님께서 만드실 완성 ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 133 ਉੱਤੇ ਜਾਈਏ। ਜ਼ਬੂਰਾਂ ਦੀ ਪੋਥੀ ਅਧਿਆਇ 133 ਵਚਨ 1 ਵਿੱਚ ਇਹ ਕਿਹਾ ਗਿਆ ਹੈ, ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵਸਣ। ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਉੱਤੋਂ ਚੋ ਕੇ ਦਾੜੀ ਉੱਤੇ ਅਰਥਾਤ ਹਾਰੂਨ ਦੀ ਦਾੜੀ ਉੱਤੇ ਉਤਰਿਆ ਅਤੇ ਉਸ ਦੀ ਪੋਸ਼ਾਕ ਦੀ ਕੋਰ ਤੱਕ ਪੁੱਜਿਆ। 아론의 수염에 흘러 ਹਰਮੋਨ ਦੀ ਤਰੇਲ ਦੀ ਨਿਆਈ ਜੋ ਸਿਯੋਨ ਦੇ ਪਹਾੜ ਉੱਤੇ ਚੋਂਦੀ ਹੈ। 시온의 산들을 ਤਾਈ 내린 같은 ਉੱਥੇ ਮਤਲਬ ਸਿਯੋਨ ਵਿੱਚ ਕਿਹੜੀ ਆਸ਼ੀਸ਼ ਠਹਿਰਾਈ ਹੈ? 여호와께서 ਯਹੋਵਾ ਨੇ ਬਰਕਤ ਦਾ ਅਰਥਾਤ ਸਦੀਪਕ ਜੀਵਨ ਦਾ ਹੁਕਮ ਦਿੱਤਾ ਹੈ। 무슨 복을 주신다고 했습니까? 자, 이렇게 ਇਹਨਾਂ ਲੋਕਾਂ ਨੂੰ ਸਦੀਪਕ ਜੀਵਨ ਦੀ ਆਸ਼ੀਸ਼ ਵੀ ਮਿਲੀ ਹੈ। 허락된 ਉਹ ਸੰਪੂਰਨ ਪ੍ਰਾਣੀ ਬਣ ਜਾਣਗੇ ਜਿਨ੍ਹਾਂ ਨੂੰ ਪਰਮੇਸ਼ਵਰ ਚਾਹੁੰਦੇ ਹਨ। 체가 되는 것입니다. ਇਹ ਪਰਮੇਸ਼ਵਰ ਦੀ ਮਹਾਨ ਕਲਾ ਦੀ ਸੰਪੂਰਨਤਾ ਹੈ। 수가 있겠습니다. ਸਾਨੂੰ ਸਦੀਪਕ ਜੀਵਨ ਦੇਣ ਲਈ ਉਹਨਾਂ ਨੇ ਸਾਨੂੰ ਕੀ ਦਿੱਤਾ ਹੈ? ਪਰਮੇਸ਼ਵਰ ਨੇ ਸਾਨੂੰ ਨਵਾਂ ਨੇਮ ਦਿੱਤਾ ਹੈ। 복을 주셨지요. 자, 우리 ਆਓ ਅਸੀਂ ਨਵੇਂ ਨੇਮ ਬਾਰੇ ਲੂਕਾ ਦੀ ਕਿਤਾਬ ਵਿੱਚ ਅਧਿਆਇ 22 ਉੱਤੇ ਇੱਕ ਨਜ਼ਰ ਪਾਈਏ। ਲੂਕਾ ਦੀ ਕਿਤਾਬ ਅਧਿਆਇ 22 ਵਚਨ 7 ਵਿੱਚ ਕਿਹਾ ਗਿਆ ਹੈ, 누가복음 22장 7절에 ਪਤੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ 예수께서 ਅਤੇ ਉਸਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਘੱਲਿਆ, 가서 우리를 ਭਈ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ
우리로 ਤਾਂ ਅਸੀਂ ਖਾਈਏ। 하고 했습니다. ਆਓ ਅਸੀਂ ਵਚਨ 19 ਵਿੱਚ ਜਾ ਕੇ ਦੇਖੀਏ ਕਿ ਉਹਨਾਂ ਨੇ ਕਿਵੇਂ ਪਸਾ ਮਨਾਇਆ। ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ। ਪਸਾਹ ਦੀ ਵਿਧੀ ਦੌਰਾਨ ਉਹਨਾਂ ਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। 행하여 나를 기념하라 하시고 ਅਤੇ ਖਾਣ ਦੇ ਪਿੱਛੋਂ ਇਸੇ ਤਰ੍ਹਾਂ ਉਸਨੇ ਕੀ ਦਿੱਤਾ, ਪਿਆਲਾ ਦੇ ਕੇ ਕਿਹਾ, 잔안에는 뭐가 담겨 ਪਿਆਲੇ ਦੇ ਅੰਦਰ ਕੀ ਹੈ? 유월절에 ਉਹਨਾਂ ਨੇ ਪਸਾਹ ਦੇ ਦਾਖਰਸ ਦਾ ਪਿਆਲਾ ਲਿਆ। 하시고 말씀하시고 ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ। 무슨 언약이라고요? ਇਹ ਕਿਸ ਪ੍ਰਕਾਰ ਦਾ ਨੇਮ ਹੈ? 언약이니 ਨਵਾਂ ਨੇਮ ਹੈ। 너희를 위하여 붙는 것이라고 했습니다. ਪਸਾਹ ਦੀ ਰੋਟੀ ਅਤੇ ਦਾਖਰਸ ਦੁਆਰਾ ਪਰਮੇਸ਼ਵਰ ਨੇ ਨਵੇਂ ਨੇਮ ਦੀ ਸੱਚਾਈ ਨੂੰ ਸਥਾਪਿਤ ਕੀਤਾ। ਉਹਨਾਂ ਦੇ ਕੰਮਾਂ ਦਾ ਅੰਤਮ ਨਤੀਜਾ ਕੀ ਹੈ ਜੋ ਉਹ ਮਨੁੱਖ ਜਾਤੀ ਨੂੰ ਦੇਣਾ ਚਾਹੁੰਦੇ ਹਨ? 무엇인가? ਆਓ ਅਸੀਂ ਯੋਹੰਨਾ ਦੀ ਕਿਤਾਬ ਦੇ ਅਧਿਆਇ 6 ਵਚਨ 54 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਯੋਹੰਨਾ ਦੀ ਕਿਤਾਬ ਦੇ ਅਧਿਆਇ 6 ਵਚਨ 53 ਨਾਲ ਸ਼ੁਰੂ ਕਰੀਏ। 요한복음 6장 53절부터 ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾंस ਨਾ ਖਾਓ ਅਤੇ ਉਹਦਾ ਲਹੂ ਨਾ ਪੀਓ 인자의 ਤਾਂ ਤੁਹਾਡੇ ਵਿੱਚ ਕੀ ਨਹੀਂ? ਤੁਹਾਡੇ ਵਿੱਚ ਜਿਉਣ ਨਹੀਂ ਹੈ। 뭐이 없다고요? ਜੋ ਕੋਈ ਮੇਰਾ ਮਾंस ਖਾਂਦਾ ਤੇ ਮੇਰਾ ਲਹੂ ਪੀਂਦਾ ਹੈ, 를 먹고 ਕੀ ਉਸੇ ਦਾ ਹੈ? 하는 자는 ਸਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। 다시 살리겠다고 했습니다. ਪਸਾਹ ਦੀ ਰੋਟੀ ਅਤੇ ਪਸਾਹ ਦੇ ਦਾਖਰਸ ਦਾ ਜ਼ਿਕਰ ਮਤੀ ਅਧਿਆਇ 26, ਮਰਕੁਸ ਅਧਿਆਇ 14 ਅਤੇ ਲੂਕਾ ਅਧਿਆਇ 22 ਵਿੱਚ ਕੀਤਾ ਗਿਆ ਹੈ। ਯੀਸ਼ੂ ਨੇ ਸਿਖਾਇਆ, ਇਹ ਮੇਰਾ ਸਰੀਰ ਹੈ, 내 살이다. ਇਹ ਮੇਰਾ ਲਹੂ ਹੈ। 알려주고 계시. ਅਜਿਹੇ ਲੋਕ ਹਨ ਜੋ ਉਹਨਾਂ ਦਾ ਮਾंस ਖਾਂਦੇ ਹਨ ਅਤੇ ਉਹਨਾਂ ਦਾ ਲਹੂ ਪੀਂਦੇ ਹਨ ਅਤੇ ਜੋ ਉਸ ਨੂੰ ਨਹੀਂ ਖਾਂਦੇ ਅਤੇ ਨਹੀਂ ਪੀਂਦੇ। ਪਰਮੇਸ਼ਵਰ ਸਪਸ਼ਟ ਰੂਪ ਨਾਲ ਉਹਨਾਂ ਲੋਕਾਂ ਵਿਚਕਾਰ ਅੰਤਰ ਕਰਦੇ ਹਨ ਜੋ ਨਵੇਂ ਨੇਮ ਦੀ ਸੱਚਾਈ ਵਿੱਚ ਹਨ ਅਤੇ ਜੋ ਨਹੀਂ ਹਨ। ਜਿਹੜੇ ਲੋਕ ਸੱਚਾਈ ਵਿੱਚ ਹਨ ਉਹਨਾਂ ਨੂੰ ਉਹ ਆਪਣੇ ਕੰਮ ਦਾ ਅੰਤਮ ਨਤੀਜਾ ਸਦੀਪਕ ਜੀਵਨ ਦਿੰਦੇ ਹਨ। ਉਹ ਲੋਕ ਕੌਣ ਹਨ ਜੋ ਨਵੇਂ ਨੇਮ ਦੇ ਪਸਾਹ ਦੀ ਸੱਚਾਈ ਵਿੱਚ ਹਨ? 바로 누구십니까? ਸਿਓਨ ਦੀਆਂ ਸਾਰੀਆਂ ਸੰਤਾਨਾਂ ਜੋ ਇੱਥੇ ਹਨ, ਕੀ ਉਹ ਲੋਕ ਨਹੀਂ ਹਨ? 자녀들 아니겠습니까? ਉਤਪਤ ਅਧਿਆਇ 1 ਵਿੱਚ ਪਰਮੇਸ਼ਵਰ ਨੇ ਕਿਹਾ, ਅਸੀਂ ਆਦਮ ਨੂੰ ਆਪਣੇ ਸਰੂਪ ਉੱਤੇ ਔਰ ਆਪਣੇ ਵਰਗਾ ਬਣਾਈਏ। 하셨습니다. ਇਸ ਦੁਆਰਾ ਪਰਮੇਸ਼ਵਰ ਨੇ ਸਾਰੀ ਮਨੁੱਖ ਜਾਤੀ ਨੂੰ ਬਣਾਇਆ। 우리 인류 인생 ਇਹ ਤੱਥ ਕਿ ਪਰਮੇਸ਼ਵਰ ਨੇ ਸਾਨੂੰ ਬਣਾਇਆ ਹੈ, ਇਹ ਸਾਬਿਤ ਕਰਦਾ ਹੈ ਕਿ ਇਸ ਤੋਂ ਬਿਹਤਰ ਹੋਰ ਕੁਝ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਉਹ ਹੋਰ ਕੀ ਆਗਿਆ ਦਿੰਦੇ ਹਨ? 또 허락하시 ਉਹਨਾਂ ਨੇ ਨਵੇਂ ਨੇਮ ਦੀ ਸੱਚਾਈ ਨੂੰ ਜੋੜਿਆ। ਇਹੀ ਗੱਲ ਉਹਨਾਂ ਨੂੰ ਹੋਰ ਪ੍ਰਾਣੀਆਂ ਤੋਂ ਵੱਖਰਾ ਬਣਾਉਂਦੀ ਹੈ। 차이가 납니다. ਉਹਨਾਂ ਨੇ ਹੋਰ ਕੀ ਜੋੜਿਆ ਹੈ? 게다가 또 ਉਹਨਾਂ ਨੇ ਯੀਸ਼ੂ ਮਸੀਹ ਦਾ ਮਾंस ਅਤੇ ਲਹੂ ਵੀ ਜੋੜਿਆ ਹੈ। 살과 피를 ਉਹਨਾਂ ਨੇ ਇਸ ਪੂਰੀ ਪ੍ਰਕਿਰਿਆ ਦੁਆਰਾ ਕੀ ਬਣਾਇਆ? 해서 뭘 ਉਹਨਾਂ ਨੇ ਉਹਨਾਂ ਨੂੰ ਬਣਾਇਆ ਹੈ ਜੋ ਸਦਾ ਲਈ ਜੀ ਸਕਦੇ ਹਨ। ਸ਼ਾਬਦਿਕ ਤੌਰ ਤੇ ਉਹਨਾਂ ਨੂੰ ਤਬਾਹ ਨਹੀਂ ਕੀਤਾ ਜਾ ਸਕਦਾ। 다른 단어로 ਸਦੀਪਕ ਜੀਵਨ ਦਾ ਅਰਥ ਹੈ ਅਮਰਤਾ। ਸਵਰਗ ਵਿੱਚ ਕੋਈ ਮੌਤ ਨਹੀਂ ਹੈ। 세계니까 말이에요. ਇਸ ਅਵਸਥਾ ਵਿੱਚ ਉਹਨਾਂ ਦੀ ਅਗਵਾਈ ਕਰਨ ਤੋਂ ਬਾਅਦ ਪਰਮੇਸ਼ਵਰ ਕੀ ਕਰਨਗੇ? 그들을 ਉਹ ਉਹਨਾਂ ਨੂੰ ਸਦੀਪਕ ਸਵਰਗ ਦੇ ਰਾਜ ਵਿੱਚ ਇੱਕ ਰਾਜ ਅਹੁਦੇ ਦੇ ਯਾਜਕ ਬਣਾਉਣਗੇ। 제사장으로서 ਜਦੋਂ ਅਸੀਂ ਬਾਈਬਲ ਨੂੰ ਦੇਖਦੇ ਹਾਂ ਤਦ ਇਹ ਇੱਕ ਸੁਪਨੇ ਵਰਗਾ ਹੈ। 정말 참 ਮੈਂ ਮੇਡ ਇਨ ਗੋਡ ਹਾਂ। ਮੈਂ ਦੁਨੀਆ ਦੇ ਕਿਸੇ ਹੋਰ ਵਿਅਕਤੀ ਨਾਲੋਂ ਵੱਧ ਕੀਮਤੀ ਹਾਂ। 보다도 나는 ਪਰਮੇਸ਼ਵਰ ਨੇ ਸਾਨੂੰ ਇਸ ਦੁਨੀਆ ਦੇ ਸਭ ਤੋਂ ਉੱਤਮ ਲੋਕ ਹੋਣ ਲਈ ਬਣਾਇਆ ਹੈ। 하나님께서 탄생을 시켜 놓으셨습니다. ਕਈ ਵਾਰ ਸਾਨੂੰ ਲੱਗਦਾ ਹੈ ਕਿ ਕੋਈ ਕੰਧ ਹੈ ਜੋ ਸਾਨੂੰ ਅੱਗੇ ਵਧਣ ਤੋਂ ਰੋਕਦੀ ਹੈ। ਜਦੋਂ ਵੀ ਅਸੀਂ ਕਿਸੇ ਕੰਧ ਨਾਲ ਟਕਰਾਉਂਦੇ ਹਾਂ ਤਦ ਸਾਨੂੰ ਅੱਗੇ ਵੱਲ ਨਹੀਂ ਉੱਪਰ ਦੇਖਣ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਉੱਪਰ ਵੇਖਦੇ ਹਾਂ ਤਦ ਸਾਨੂੰ ਸ਼ਬਦ ਮੇਡ ਇਨ ਗੋਡ ਮਿਲਣਗੇ। ਤਦ ਸਾਨੂੰ ਅਹਿਸਾਸ ਹੋਵੇਗਾ, ਆਮੀਨ, ਮੈਂ ਇਸ ਨੂੰ ਕਿਉਂ ਭੁੱਲ ਗਿਆ? ਅਸੀਂ ਪਰਮੇਸ਼ਵਰ ਦੁਆਰਾ ਬਣਾਏ ਗਏ ਕੀਮਤੀ ਪ੍ਰਾਣੀ ਹਾਂ। ਫਿਰ ਸਾਨੂੰ ਕੀਮਤੀ ਕੰਮ ਨੂੰ ਪੂਰਾ ਕਰਨਾ ਚਾਹੀਦਾ ਹੈ। ਸਾਨੂੰ ਮਨੁੱਖ ਜਾਤੀ ਨੂੰ ਮੁਕਤੀ ਦੇ ਰਾਹ ਅਤੇ ਜੀਵਨ ਦੇ ਰਾਹ ਦਾ ਪ੍ਰਚਾਰ ਕਰਨਾ ਚਾਹੀਦਾ ਹੈ ਜੋ ਮੌਤ ਲਈ ਤੈਅ ਹੈ। 전할 수 있는 ਇਹ ਜੀਵਨ ਦਾ ਸਭ ਤੋਂ ਕੀਮਤੀ ਮਾਰਗ ਹੈ। 그 길이기 ਆਖਿਰਕਾਰ ਉਹਨਾਂ ਦੇ ਸਵਰਗ ਜਾਣ ਤੋਂ ਪਹਿਲਾਂ ਉਹਨਾਂ ਦੀ ਆਖਰੀ ਬੇਨਤੀ ਕੀ ਸੀ? 때문이었습니까? ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ 내가 ਔਰ ਉਹਨਾਂ ਨੂੰ ਸਿਖਾਓ ਭਈ ਉਹਨਾਂ ਸਾਰੀਆਂ ਗੱਲਾਂ ਦੀ ਪਾਲਣਾ ਕਰਨ 그것을 ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। 하라고 했습니다. ਇਹ ਉਹਨਾਂ ਦੀ ਆਖਰੀ ਬੇਨਤੀ ਸੀ। ਇਸ ਤੋਂ ਬਾਅਦ ਉਹ ਸਵਰਗ ਚਲੇ ਗਏ। 하늘로 성천에 올리우셨거든요. ਅੱਜ ਕੱਲ੍ਹ ਬਹੁਤ ਜ਼ਿਆਦਾ ਮੌਸਮੀ ਘਟਨਾਵਾਂ ਕਾਰਨ 이변으로 ਲੋਕ ਮਾਸ ਮੀਡੀਆ ਰਾਹੀਂ ਧਰਤੀ ਦਾ ਵਰਣਨ ਸੜਦੀ ਹੋਈ ਧਰਤੀ, ਲਾਲ ਧਰਤੀ ਦੇ ਰੂਪ ਵਿੱਚ ਕਰ ਰਹੇ ਹਨ। 하고 있습니다.
ਜਲਵਾਯੂ ਪਰਿਵਰਤਨ ਦੇ ਕਾਰਨ ਵਿਗਿਆਨੀ ਅਲਾਰਮ ਵਜਾ ਰਹੇ ਹਨ ਕਿ ਮਨੁੱਖ ਜਾਤੀ ਦਾ ਭਵਿੱਖ ਜਲਦੀ ਹੀ ਖਤਮ ਹੋ ਜਾਵੇਗਾ। 과학자들이 지금 ਪਰ ਇਹ ਸਭ ਕੁਝ ਨਹੀਂ ਹੈ। ਯੂਕਰੇਨ ਅਤੇ ਰੂਸ ਵਿਚਕਾਰ ਯੁੱਧ ਕਾਰਨ ਹੋਣ ਵਾਲੀਆਂ ਵੱਖ-ਵੱਖ ਆਰਥਿਕ ਮੁਸ਼ਕਲਾਂ 발생되는 ਅਤੇ ਕੋਵਿਡ-19 ਦੇ ਲੰਬੇ ਪ੍ਰਭਾਵਾਂ ਦੇ ਕਾਰਨ ਵੱਧਦੀਆਂ ਕੀਮਤਾਂ 말미암아서 치솟 ਅਸੀਂ ਸੱਚਮੁੱਚ ਮਹਿਸੂਸ ਕਰ ਸਕਦੇ ਹਾਂ ਕਿ ਸਾਡੇ ਸਾਹਮਣੇ ਇੱਕ ਮਹਾਨ ਕੰਧ ਹੈ। 벽이 느껴져 ਤਦ ਸਾਨੂੰ ਕਿੱਥੇ ਦੇਖਣਾ ਚਾਹੀਦਾ ਹੈ? 바라봐야 되겠습니다. ਜਦੋਂ ਵੀ ਕੋਈ ਕੰਧ ਹੋਵੇ 벽이 ਤਦ ਆਕਾਸ਼ ਵੱਲ ਦੇਖੋ। 쳐다봐야 되겠습니다. ਜਦੋਂ ਅਸੀਂ ਉੱਪਰ ਦੇਖਦੇ ਹਾਂ ਤਦ ਪਰਮੇਸ਼ਵਰ ਹਮੇਸ਼ਾ ਕਹਿੰਦੇ ਹਨ, ਤੁਸੀਂ ਮੇਡ ਇਨ ਗੋਡ ਹੋ। made in ਮੈਂ ਤੁਹਾਨੂੰ ਆਪਣੀ ਸਭ ਤੋਂ ਕੀਮਤੀ ਜਾਇਦਾਦ ਬਣਾਉਣ ਲਈ ਬਣਾਇਆ ਹੈ। 했다. ਇਸ ਲਈ ਕਿਰਪਾ ਕਰਕੇ ਆਪਣੇ ਆਪ ਨੂੰ ਸਭ ਤੋਂ ਕੀਮਤੀ ਕੰਮ ਲਈ ਸਮਰਪਿਤ ਕਰੋ। 자녀가 되어 달라. ਉਹਨਾਂ ਨੇ ਸਾਨੂੰ ਨਵਾਂ ਨੇਮ, ਪਸਾ, 6월 ਸਬਤ 안식 ਅਤੇ ਹਰ ਕਿਸਮ ਦੇ ਖਜ਼ਾਨੇ ਦਿੱਤੇ ਜੋ ਦੁਨੀਆ ਕੋਲ ਨਹੀਂ ਹਨ। 다 허락해 놓으셨습니다. ਆਓ ਅਸੀਂ ਮੂਰਖ ਨਾ ਬਣੀਏ ਜੋ ਇਸ ਧਰਤੀ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਾਰਨ ਪਰਮੇਸ਼ਵਰ ਦੀ ਭਰਪੂਰ ਕਿਰਪਾ ਲਈ ਧੰਨਵਾਦ ਨਹੀਂ ਦਿੰਦੇ। 해서 ਆਓ ਅਸੀਂ ਮੇਡ ਇਨ ਗੋਡ ਸਿਰਲੇਖ ਦੀ 드리고 ਕੀਮਤ ਨੂੰ ਘੱਟ ਨਾ ਸੋਚੀਏ। 우리는 되지 맙시다. ਇਸ ਸਬਤ ਦੇ ਦਿਨ ਦੁਆਰਾ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਪਰਮੇਸ਼ਵਰ ਤੋਂ ਬਹੁਤ ਸਾਰੀਆਂ ਆਸ਼ੀਸ਼ਾਂ ਪ੍ਰਾਪਤ ਕਰੋਗੇ। 하는 감사를 돌리시고 ਆਓ ਅਸੀਂ ਸਦੀਪਕ ਸਵਰਗ ਦੇ ਰਾਜ ਲਈ ਹਮੇਸ਼ਾ ਉਮੀਦ ਨਾਲ ਭਰ ਕੇ ਪਰਮੇਸ਼ਵਰ ਨੂੰ ਧੰਨਵਾਦ ਦਈਏ। 갈 수 있는 여러분과 제 ਇਸ ਨਾਲ ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।